Viewers, welcome to the next video. Victorian age, the characteristics. BA semester 5, BA third year semester 5, English elective, ਚਾਹੇ regular, ਚਾਹੇ distance, ਚਾਹੇ private student ਹਨ ਉਹਨਾਂ ਦੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ। ਅਸੀਂ ਇਸ ਤੋਂ ਪਹਿਲਾਂ ਰੋਮਾਂਟਿਕ ਪੀਰੀਅਡ ਦੇ ਰੋਮਾਂਟਿਕ ਏਜ ਦੇ ਜੋ ਕਰੈਕਟਰਿਸਟਿਕਸ ਕਰ ਚੁੱਕੇ ਹਾਂ, ਤਾਂ ਹੁਣ ਅਸੀਂ ਵਿਕਟੋਰੀਅਨ ਏਜ ਦੇ ਚੀਫ ਕਰੈਕਟਰਿਸਟਿਕਸ ਡਿਸਕਸ ਕਰਾਂਗੇ। The Victorian era of English literature was a time of great change in society. In society and culture. Literature also flourished in this age. ਹੁਣ ਜੋ ਵਿਕਟੋਰੀਅਨ ਟਾਈਮ ਹੈ, ਦੇਖੋ ਬੱਚੇ, ਕੋਈ ਵੀ ਹਿਸਟੋਰੀਕਲ ਟਾਈਮ ਹੈ ਉਹਦੇ ਆਉਣ ਨਾਲ ਚੇਂਜਿਸ ਤਾਂ ਬਹੁਤ ਹੁੰਦੀਆਂ ਹੀ ਹੁੰਦੀਆਂ। ਇਸ ਤੋਂ ਪਹਿਲਾਂ ਜਿਵੇਂ ਤੁਸੀਂ ਜੋ ਚੌਸਰ ਦਾ ਪੀਰੀਅਡ ਪੜ੍ਹ ਕੇ ਆਏ ਹੋ, ਨਿਊ ਕਲਾਸੀਕਲ ਏਜਿਸ ਪੜ੍ਹ ਕੇ ਆਏ ਹੋ, ਦੈਨ ਰੋਮਾਂਟਿਕ ਪੀਰੀਅਡ ਤੁਸੀਂ ਪੜ੍ਹਿਆ, ਤਾਂ ਹਰ ਪੀਰੀਅਡ ਦੇ ਵਿੱਚ ਸੋਚ ਹੈ ਜੋ ਬਦਲਦੀ ਗਈ। ਇਸੇ ਤਰੀਕੇ ਵਿਕਟੋਰੀਅਨ ਟਾਈਮ 'ਤੇ ਬਹੁਤ ਜ਼ਿਆਦਾ ਪ੍ਰੋਗਰੈਸ ਹੋਈ ਸਾਇੰਸ ਦੇ ਵਿੱਚ, ਟੈਕਨੋਲੋਜੀ ਦੇ ਵਿੱਚ, ਐਜੂਕੇਸ਼ਨ ਬਹੁਤ ਸਪਰੈਡ ਹੋ ਗਈ, ਤਾਂ ਉਸ ਚੀਜ਼ ਦੇ ਨਾਲ ਬਹੁਤ ਜ਼ਿਆਦਾ ਜੋ ਸੋਚ ਵੀ ਬਦਲੀ, ਤਾਂ ਸਮਾਜ ਦੇ ਵਿੱਚ ਬਦਲਾਵ ਆਇਆ। ਲਿਟਰੇਚਰ ਨੇ ਵੀ ਬਹੁਤ ਜ਼ਿਆਦਾ ਵਾਧਾ ਕੀਤਾ, ਫਲਰਿਸ਼ ਕੀਤਾ। ਦ ਵਿਕਟੋਰੀਅਨ ਈਰਾ ਲਾਸਟਡ ਫਰੋਮ 1837 ਟੂ 1901। ਦ ਵਿਕਟੋਰੀਅਨ ਈਰਾ, ਵਿਕਟੋਰੀਅਨ ਟਾਈਮ ਕਦੋਂ ਤੱਕ ਚੱਲਿਆ? 1837 ਤੋਂ 1901। ਪਹਿਲਾਂ ਵੀ ਦੱਸ ਚੁੱਕੀ ਹਾਂ, ਕੋਈ ਵੀ ਈਰਾ ਹੈ, ਕੋਈ ਵੀ ਯੁੱਗ ਹੈ, ਅਸੀਂ ਉਹਦੀ ਐਗਜ਼ੈਕਟ ਡੇਟ ਨਹੀਂ ਲਿਖ ਸਕਦੇ, ਪਰ ਇੱਕ ਟੈਂਟੇਟਿਵ ਡੇਟ ਜੋ ਮੋਸਟ ਜੋ ਐਪਰੋਪ੍ਰੀਏਟ ਹੈ ਉਹ ਦਿੱਤੀ ਗਈ ਹੈ 1837 ਤੋਂ 1901। ਡਿਊਰਿੰਗ ਦਾ ਰੀਅਨ ਆਫ ਕਿਊਨ ਵਿਕਟੋਰੀਆ, ਜਦੋਂ ਮਹਾਰਾਣੀ ਵਿਕਟੋਰੀਆ ਨੇ ਰਾਜ ਕੀਤਾ ਬ੍ਰਿਟੇਨ ਦੇ ਉੱਪਰ 1837 ਟੂ 1901, ਜਿਹਨੂੰ ਕਿ ਇੱਕ ਬਹੁਤ ਫਲਰਿਸ਼ਿੰਗ ਪੀਰੀਅਡ 64 ਈਅਰਸ ਦਾ ਬਹੁਤ ਹੀ ਜ਼ਿਆਦਾ ਸਕਸੈਸਫੁਲ ਪੀਰੀਅਡ ਮੰਨਿਆ ਜਾਂਦਾ ਹੈ ਬ੍ਰਿਟੇਨ ਦਾ, ਜਿਹਦੇ ਵਿੱਚ ਬਹੁਤ ਜ਼ਿਆਦਾ ਇੰਡਸਟਰੀਅਲ ਨੇ ਬਹੁਤ ਜ਼ਿਆਦਾ ਪ੍ਰੋਸਪੈਰਿਟੀ ਆਈ, ਇੰਡਸਟਰੀ ਵਧੀ, ਦੈਨ ਐਜੂਕੇਸ਼ਨ ਵਧੀ, ਦੈਨ ਸਾਇੰਸ ਦੇ ਵਿੱਚ ਬਹੁਤ ਜ਼ਿਆਦਾ ਇਨਵੈਂਸ਼ਨਸ ਹੋਈਆਂ, ਟੈਕਨੋਲੋਜੀ ਇੰਪਰੂਵ ਹੋਈ, ਅਤੇ ਇਸ ਪੀਰੀਅਡ ਨੂੰ ਬਹੁਤ ਜ਼ਿਆਦਾ ਅੱਛਾ ਪੀਰੀਅਡ ਮੰਨਿਆ ਜਾਂਦਾ ਹੈ। ਦੇਖੋ, ਜਦੋਂ ਵੀ ਕਦੀ ਤਰੱਕੀ ਹੋਏਗੀ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਹੋਰ ਨੈਗੇਟਿਵ ਚੀਜ਼ਾਂ ਵੀ ਆਉਣਗੀਆਂ। ਪਾਵਰਟੀ ਵਧੀ, ਠੀਕ ਹੈ, ਰਿਚ ਬਿਕੇਮ ਰਿਚਰ ਐਂਡ ਪੂਅਰ ਬਿਕੇਮ ਪੋਅਰ, ਤਾਂ ਗਰੀਬ ਹੋਰ ਗਰੀਬ ਹੁੰਦਾ ਗਿਆ ਅਤੇ ਅਮੀਰ ਹੋਰ ਅਮੀਰ ਹੁੰਦਾ ਗਿਆ। ਦੈਨ ਉਸ ਤੋਂ ਬਾਅਦ ਬਹੁਤ ਜ਼ਿਆਦਾ ਕਰਪਸ਼ਨ ਵਧੀ, ਬਹੁਤ ਜ਼ਿਆਦਾ ਜੋ ਅਮੀਰ ਲੋਕਾਂ ਨੇ, ਜੋ ਹਾਈ ਕਲਾਸ ਲੋਕਾਂ ਨੇ ਲੋ ਕਲਾਸ ਲੋਕਾਂ ਨੂੰ ਬਹੁਤ ਜ਼ਿਆਦਾ ਸਪਰੈਸ ਕਰਨਾ ਸ਼ੁਰੂ ਕਰ ਦਿੱਤਾ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸਾਹਮਣੇ ਆਈਆਂ। ਤਾਂ ਡਿਊਰਿੰਗ ਦਾ ਰੀਅਨ ਆਫ ਕਿਊਨ ਵਿਕਟੋਰੀਆ, ਇਟ ਵਾਜ਼ ਅ ਟ੍ਰੈਡੀਸ਼ਨ ਬਿਟਵੀਨ ਟ੍ਰਾਂਜ਼ੀਸ਼ਨ ਸੀ। ਕਿਸ ਸਮੇਂ ਦੇ ਵਿੱਚ? ਇਸ ਤੋਂ ਪਹਿਲਾਂ ਦਾ ਸਮਾਂ ਕਿਹੜਾ ਸੀ? ਰੋਮਾਂਟਿਕ ਪੀਰੀਅਡ। ਇਸ ਤੋਂ ਬਾਅਦ ਦਾ ਸਮਾਂ ਕਿਹੜਾ ਹੈ? 20th ਸੈਂਚੁਰੀ ਲਿਟਰੇਚਰ। ਤਾਂ ਇਹਦਾ ਜਿਹੜਾ ਪਿਛਲਾ ਪੀਰੀਅਡ ਸੀਗਾ ਉਹਨੂੰ ਕੀ ਕਿਹਾ ਜਾਂਦਾ ਹੈ? ਵਿਕਟੋਰੀਅਨ ਪੀਰੀਅਡ ਕਿਹਾ ਜਾਂਦਾ ਹੈ। ਇਹ ਸੀ ਇੰਟਰੋਡਕਟਰੀ ਪਹਿਲਾਂ। ਉਸ ਤੋਂ ਬਾਅਦ ਇਹਦੇ ਫੀਚਰਸ ਅਸੀਂ ਸ਼ੁਰੂ ਕਰ ਰਹੇ ਹਾਂ। ਦ ਵਿਕਟੋਰੀਅਨ ਏਜ ਇਜ਼ ਅ ਏਜ ਆਫ ਰੈਪਿਡ ਐਡਵਾਂਸਮੈਂਟ, ਬਹੁਤ ਤੇਜ਼ੀ ਨਾਲ ਐਡਵਾਂਸਮੈਂਟ ਹੋਈ, ਅੱਗੇ ਵਧੀ। ਮੈਨੀ ਚੇਂਜਿਸ ਵਰ ਇੰਟਰੋਡਿਊਸਡ ਇਨ ਦ ਸੁਸਾਇਟੀ, ਕਈ ਬਦਲਾਵ ਲਿਆਂਦੇ ਗਏ ਸਮਾਜ ਦੇ ਵਿੱਚ। ਇੰਗਲੈਂਡ ਬਿਕੇਮ ਵੈਰੀ ਰਿਚ, ਤਾਂ ਇੰਗਲੈਂਡ ਬਹੁਤ ਅਮੀਰ ਹੋ ਗਿਆ। ਪੀਪਲ ਗਰੂ ਮਨੀ ਮਾਈਂਡਡ, ਪਰ ਨਾਲ ਹੀ ਨਾਲ ਲੋਕ ਜੋ ਹੈ ਬਹੁਤ ਜ਼ਿਆਦਾ ਪੈਸੇ ਦੇ ਸੈਂਟਰਡ ਹੁੰਦੇ ਗਏ। ਦ ਰਾਈਟਰਸ ਵਰ ਕ੍ਰਿਟੀਕਲ ਆਫ ਦਿਸ ਏਜ, ਇਸ ਏਜ ਦੇ ਜੋ ਰਾਈਟਰ ਸੀ ਉਹ ਬੜੇ ਕ੍ਰਿਟੀਕਲ ਸੀ। ਦ ਰਾਈਟਰਸ ਵਰ ਅ ਕ੍ਰਿਟਿਕ ਸੇਜ਼, ਇੱਕ ਕ੍ਰਿਟਿਕ ਨੇ, ਇੱਕ ਆਲੋਚਕ ਨੇ ਬਹੁਤ ਵਧੀਆ ਤਰੀਕੇ ਨਾਲ ਕਿਹਾ ਹੈ, ਵਿਕਟੋਰੀਅਨਸ ਆਰ ਦੇਅਰ ਓਨ ਵਰਡਸ ਕ੍ਰਿਟਿਕ। ਜਿਹੜੇ ਵਿਕਟੋਰੀਅਨ ਲੋਕ ਸੀ ਉਹ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਦੇ ਰਹਿੰਦੇ ਸੀ। ਮੀਨਸ ਦੇ ਵਰ ਦੇਅਰ ਓਨ ਕ੍ਰਿਟਿਕਸ, ਉਹ ਇੱਕ ਦੂਸਰੇ ਨੂੰ ਹੀ ਕ੍ਰਿਟਿਸਾਈਜ਼ ਕਰਦੇ ਰਹਿੰਦੇ ਸੀ। ਦ ਰਾਈਟਰਸ ਵਰ ਐਂਗਰੀ ਵਿਦ ਅ ਨਿਊ ਰਿਚ ਕਲਾਸ, ਜੋ ਰਾਈਟਰ ਸੀ, ਜੋ ਇੱਕ ਨਵੀਂ ਕਲਾਸ ਬਣੀ ਇੰਡਸਟਰੀ ਦੀ ਡਿਵੈਲਪਮੈਂਟ ਦੇ ਨਾਲ, ਐਡਵਾਂਸਮੈਂਟ ਆਉਣ ਦੇ ਨਾਲ, ਸਾਇੰਸ ਦੇ ਵਧਣ ਨਾਲ, ਤਾਂ ਉਹ ਇੱਕ ਨਵੀਂ ਕਲਾਸ ਜਿਹੜੀ ਰਿਚ ਕਲਾਸ ਬਣੀ, ਉਹ ਉਸ ਤੋਂ ਬਹੁਤ ਜ਼ਿਆਦਾ ਗੁੱਸੇ ਸੀ। ਦੇ ਰਾਈਟ ਅਗੇਂਸਟ ਮਨੀ ਵੈਲਿਊ, ਦੇਅਰ ਵਾਜ਼ ਅ ਨੋਟ ਆਫ ਰਿਵੋਲਟ ਐਵਰੀਵੇਅਰ, ਹਰ ਕੋਈ ਇੱਕ ਦੂਜੇ ਦੇ ਨਾਲ ਰਿਵੋਲਟ ਕਰ ਰਿਹਾ ਸੀ, ਇੱਕ ਦੂਸਰੇ ਦੇ ਉਲਟ ਸੀ। ਇੰਟਰਸਟ ਇਨ ਦਾ ਪਾਸਟ ਏਜਿਸ ਵਾਜ਼ ਰਿਵਾਈਵਡ, ਜੋ ਪੁਰਾਣੀਆਂ ਏਜਿਸ ਸੀ, ਪੁਰਾਣਾ ਸਮਾਂ ਸੀ, ਜਿਵੇਂ ਨਿਊ ਕਲਾਸੀਕਲ ਏਜ, ਰੋਮਾਂਟਿਕ ਏਜ, ਉਹਨਾਂ ਦੇ ਵਿੱਚ ਇੰਟਰਸਟ ਇਹਨਾਂ ਦਾ ਜਾਗ ਪਿਆ। ਐਲਿਜ਼ਾਬੈਥਨ ਏਜ ਜਾਗ ਪਿਆ, ਤਾਂ ਮੀਨਸ ਉਹਨਾਂ ਦੇ ਕਈ ਫੀਚਰ ਸਾਨੂੰ ਵਿਕਟੋਰੀਅਨ ਪੀਰੀਅਡ ਦੇ ਵਿੱਚ ਦੇਖਣ ਨੂੰ ਮਿਲਦੇ ਹੈ। ਵੇਰੀਅਸ ਰਾਈਟਰਸ ਸ਼ੋਡ ਵੇਰੀਅਡ ਫੀਚਰਸ, ਬਹੁਤ
ਅਲੱਗ-ਅਲੱਗ ਫੀਚਰਸ ਸ਼ੋ ਕੀਤੇ ਅਲੱਗ-ਅਲੱਗ ਰਾਈਟਰਸ ਨੇ, ਜਿਵੇਂ ਕਿ ਰੋਬਰਟ ਬਰਾਊਨਿੰਗ ਵਾਸ ਫੁੱਲ ਆਫ ਆਪਟੀਮਿਜ਼ਮ। ਜੋ ਰੋਬਰਟ ਬਰਾਊਨਿੰਗ ਨੇ ਕਈ ਆਪਣੀ ਰਾਈਟਿੰਗਸ ਵਿੱਚ ਆਪਣੀ ਆਸ਼ਾਵਾਦੀ ਸੋਚ ਦਿਖਾਈ ਹੈ, ਬਟ ਕਈ ਜਗ੍ਹਾ 'ਤੇ ਨਿਰਾਸ਼ਾਵਾਦੀ ਵੀ। ਬਟ ਆਰਨੋਲਡ ਸ਼ੋਡ ਪੈਸੀਮਿਜ਼ਮ, ਉਹਨੇ ਕੀ ਹੈ ਪੈਸੀਮਿਜ਼ਮ ਦਿਖਾਇਆ ਹੈ। ਤਾਂ ਤੁਸੀਂ ਕਿਸੇ ਵੀ ਰਾਈਟਰ ਦੀ ਐਗਜ਼ਾਮਪਲ ਲੈ ਕੇ ਲਿਖ ਸਕਦੇ ਹੋ। ਚਾਰਲਸ ਡਿਕਨਸ ਹੈ, ਰੋਬਰਟ ਬਰਾਊਨਿੰਗ ਹੈ, ਆਰਨੋਲਡ ਹੈ, ਦੈਨ ਥੈਕਰੇ ਹੈ, ਕਿਸੇ ਦੇ ਵੀ ਐਗਜ਼ਾਮਪਲ ਤੁਸੀਂ ਰਾਈਟਰਸ ਦੀ ਇਹਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਮੋਰਲ ਪਰਪਸ ਵਾਜ਼ ਅ ਕੀ ਨੋਟ। ਅਗਲਾ ਫੀਚਰ ਕੀ ਹੈ ਕਿ ਮੋਰਲ ਪਰਪਸ ਜਿਹੜਾ ਹੈਗਾ ਮੇਨ ਕੀ ਨੋਟ ਸੀ ਵਿਕਟੋਰੀਅਨ ਪੀਰੀਅਡ ਦਾ। ਇਟ ਵਾਜ਼ ਅ ਡੇਵੀਏਸ਼ਨ ਫਰੋਮ ਅਰਲੀਅਰ ਕਨਸੈਪਟ ਆਫ ਆਰਟ ਫॉर ਆਰਟ ਸੇ। ਪਹਿਲਾਂ ਜਦੋਂ ਕੁਝ ਵੀ ਬਣਾਇਆ ਜਾਂਦਾ ਸੀ, ਕੋਈ ਵੀ ਚੀਜ਼ ਲਿਟਰੇਚਰ ਦੇ ਵਿੱਚ ਕੁਝ ਵੀ ਲਿਖਿਆ ਜਾਂਦਾ ਸੀ, ਦੈਟ ਇਜ਼ ਫॉर द ਸੇਕ ਆਫ ਰਾਈਟਿੰਗ। ਬਟ ਇਸ ਟਾਈਮ 'ਤੇ ਲਿਖਣ ਦਾ ਪਰਪਸ ਕੋਈ ਮੈਸੇਜ ਕਨਵੇ ਕਰਨ ਦਾ ਸੀ, ਚਾਹੇ ਉਹ ਰਿਲੀਜੀਅਸ ਹੈ, ਚਾਹੇ ਪੋਲੀਟੀਕਲ ਹੈ, ਚਾਹੇ ਮੋਰਲ ਹੈ, ਚਾਹੇ ਸੋਸ਼ਲ ਹੈ। ਠੀਕ ਹੈ। ਵਿਕਟੋਰੀਅਨਸ ਵਾਂਟਡ देयर आर्ट टू डू मोर जस्ट दैन अपीज द ਸੈਂਸਿਸ। ਵੀ ਕਿਸੇ ਨੂੰ ਸਿਰਫ ਖੁਸ਼ ਕਰਨਾ ਨਹੀਂ, ਇਸ ਆਰਟ ਦਾ ਮਤਲਬ ਕੁਛ ਨਾ ਕੁਛ ਮੈਸੇਜ ਕਨਵੇ ਕਰਨ ਦਾ ਵੀ ਸੀ। ਦੇ ਵਾਂਟਡ देयर ਆਰਟ ਟੂ ਸਰਵ ਅ ਪਰਪਸ, ਅ ਮੋਰਲ ਔਰ ਅ ਪੋਲੀਟੀਕਲ ਪਰਪਸ। ਉਹ ਚਾਹੁੰਦੇ ਸੀ ਕਿ ਉਹਨਾਂ ਦਾ ਆਰਟ ਇੱਕ ਪਰਪਸ ਸੋਲਵ ਕਰੇ, ਇੱਕ ਮੈਸੇਜ ਕਨਵੇ ਕਰੇ। ਲਿਟਰੇਚਰ ਅਗਲਾ ਫੀਚਰ ਹੈ ਲਿਟਰੇਚਰ ਆਫ ਵਿਕਟੋਰੀਅਨ ਪੀਰੀਅਡ ਡਿਪਿਕਟਡ ਡੇਲੀ ਲਾਈਫ। ਵਿਕਟੋਰੀਅਨ ਪੀਰੀਅਡ ਦਾ ਜੋ ਲਿਟਰੇਚਰ ਹੈ ਉਹਨੇ ਰੋਜ਼ਾਨਾ ਦੀ ਲਾਈਫ ਨੂੰ ਡਿਪਿਕਟ ਕੀਤਾ। ਇਟ ਰਿਫਲੈਕਟਡ ਦ ਪ੍ਰੈਕਟੀਕਲ ਪ੍ਰੋਬਲਮਸ ਐਂਡ ਇੰਟਰਸਟ ਆਫ ਡੇਲੀ ਲਾਈਫ। ਜੋ ਰੋਜ਼ਮਰਾ ਦੀਆਂ ਪ੍ਰੈਕਟੀਕਲ ਪ੍ਰੋਬਲਮ ਸਾਨੂੰ ਜ਼ਿੰਦਗੀ ਦੇ ਵਿੱਚ ਆਉਂਦੀਆਂ, ਜੋ ਇੰਟਰਸਟ ਹੈ ਸਾਡੇ, ਉਹ ਇਹਨਾਂ ਨੇ ਸ਼ੋ ਕੀਤੇ। ਵਿਕਟੋਰੀਅਨ ਲਿਟਰੇਚਰ ਪ੍ਰੈਜ਼ੈਂਟਡ ਵੇਰੀਅਡ ਸੋਸ਼ਲ ਕਲਾਸਿਸ ਇਨ ਰਾਈਟਿੰਗਸ। ਵਿਕਟੋਰੀਅਨ ਪੀਰੀਅਡ ਦੇ ਵਿੱਚ ਜੋ ਰਾਈਟਿੰਗਸ ਲਿਖੀਆਂ ਗਈਆਂ ਉਹਦੇ ਵਿੱਚ ਹਰ ਕਲਾਸ ਦੇ ਪਰਸਨ ਨੂੰ ਇਨਵੋਲਵ ਕੀਤਾ ਗਿਆ। ਰਾਦਰ ਦੈਨ ਜਸਟ ਦ ਅਰਿਸਟੋਕ੍ਰੇਸੀ। ਸਿਰਫ ਹਾਈ ਕਲਾਸ ਲੋਕ ਅਰਿਸਟੋਕ੍ਰੇਸੀ ਇਨਵੋਲਵ ਨਹੀਂ ਹੋਈ, ਹਰ ਤਰ੍ਹਾਂ ਦਾ ਵਰਗ ਇਨਵੋਲਵ ਕੀਤਾ ਗਿਆ, ਚਾਹੇ ਉਹ ਮਿਡਲ ਕਲਾਸ ਸੀ, ਚਾਹੇ ਉਹ ਲੋ ਕਲਾਸ ਸੀ, ਤਾਂ ਚਾਹੇ ਉਹ ਰਿਚ ਸੀ। ਅਤੇ ਇਸ ਕਰਕੇ ਵਿਕਟੋਰੀਅਨ ਲਿਟਰੇਚਰ ਹਰ ਕਲਾਸ ਦਾ ਇੱਕ ਪਾਪੂਲਰ ਜਿਹੜਾ ਹੈ ਲਿਟਰੇਚਰ ਬਣ ਕੇ ਰਹਿ ਗਿਆ। ਅਗਲਾ ਫੀਚਰ ਐਜੂਕੇਸ਼ਨ ਸਪਰੈਡ ਡਿਊਰਿੰਗ ਵਿਕਟੋਰੀਅਨ ਏਜ। ਵਿਕਟੋਰੀਅਨ ਏਜ ਦੇ ਵਿੱਚ ਐਜੂਕੇਸ਼ਨ ਬਹੁਤ ਜ਼ਿਆਦਾ ਸਪਰੈਡ ਹੋਈ। ਸੋ ਰਾਈਟਰਸ ਬਿਕੇਮ ਫ੍ਰੀ ਟੂ ਰਾਈਟ, ਅਤੇ ਇਸ ਕਰਕੇ ਉਹ ਖੁੱਲ੍ਹ ਕੇ ਲਿਖਦੇ ਸੀ। ਦ ਗ੍ਰੇਟੈਸਟ ਥਿੰਗ ਇਜ਼ ਵਿਕਟੋਰੀਅਨ ਕੰਪਰੋਮਾਈਜ਼। ਤਾਂ ਵਿਕਟੋਰੀਅਨ ਕੰਪਰੋਮਾਈਜ਼ ਸੀ ਉਹ ਕੀ ਸੀ? ਵਿਕਟੋਰੀਅਨ ਕੰਪਰੋਮਾਈਜ਼, ਦ ਵਿਕਟੋਰੀਅਨਸ ਡੂ ਨੋਟ ਟੇਕ ਐਕਸਟ੍ਰੀਮ ਪੋਜੀਸ਼ਨ। ਉਹ ਇਹ ਨਹੀਂ ਕਹਿੰਦੇ ਸੀ ਸਿਰਫ ਅਸੀਂ ਆਪਣੀ ਵਿਚਾਰਧਾਰਾ 'ਤੇ ਹੀ ਲਿਖਣਾ, ਅਸੀਂ ਆਪਣੀ ਸੋਚ ਹੀ ਲਿਖਣੀ ਹੈ। ਨੋ, ਦੇ ਵਰ ਵੈਰੀ ਲਿਬਰਲ। ਉਹਨਾਂ ਨੇ ਹਰ ਏਜ ਦੀ ਆਈਡੀਓਲੋਜੀ ਨੂੰ ਐਕਸੈਪਟ ਕੀਤਾ ਅਤੇ ਆਪਣੇ ਨਾਲ ਇਨਵੋਲਵ ਕੀਤਾ। ਬੋਥ रोमांटिक्स एंड रियलिज्म एग्जिस्ट साइड बाय साइड। रोमांटिसिज्म मतलब इमेजिनेशन, ठीक है, तो एंड रियलिज्म मतलब रियलिटी। दोनों साइड बाय साइड जिहड़े उन्होंने विक्टोरियन लिटरेचर दे विच इन्वॉल्व कीते। In poetry, the most popular forms are lyrical poetry, descriptive poetry and narrative poetry. Poetry ਦੇ ਵਿੱਚ ਅਲੱਗ-ਅਲੱਗ ਫਾਰਮਸ ਨੂੰ ਇਨਵੋਲਵ ਕੀਤਾ ਗਿਆ। ਲਿਰਿਕਲ ਪੋਇਟਰੀ ਵੀ ਸੀ, ਲਿਰਿਕਲ ਮਤਲਬ ਵਿਚ ਇਜ਼ ਬੇਸਡ ਔਨ ਦਾ ਜਿਸ 'ਤੇ ਪ੍ਰੋਪਰ ਰਿਦਮ ਹੈ। ਅਤੇ ਫਿਰ ਉਸ ਤੋਂ ਬਾਅਦ ਡਿਸਕ੍ਰਿਪਟਿਵ ਪੋਇਟਰੀ ਵੀ ਸੀ। ਫਿਰ ਉਸ ਤੋਂ ਬਾਅਦ ਨਰੇਟ ਕਰਨ ਵਾਲੀ, ਕਿਸੇ ਸਟੋਰੀ ਨੂੰ ਨਰੇਟ ਕਰਨ ਵਾਲੀ ਪੋਇਟਰੀ ਵੀ ਸੀ। ਦ ਵਿਕਟੋਰੀਅਨ ਏਜ ਪ੍ਰੋਡਿਊਸਡ ਗ੍ਰੇਟ ਨੋਵਲਿਸਟ। ਵਿਕਟੋਰੀਅਨ ਏਜ ਨੇ ਬਹੁਤ ਜ਼ਿਆਦਾ ਨੋਵਲਿਸਟ ਨੂੰ ਜਨਮ ਦਿੱਤਾ। ਵਿਕਟੋਰੀਅਨ ਨੋਵਲਿਸਟ ਆਕੂਪਾਈ ਹਾਈ ਪੋਜੀਸ਼ਨ ਇਨ ਲਿਟਰੇਚਰ ਆਫ ਦ ਏਜ। ਜੋ ਨੋਵਲਿਸਟ ਸੀ ਉਹਨਾਂ ਦੀ ਹਾਈ ਪੋਜੀਸ਼ਨ ਸੀ। ਚਾਰਲਸ ਡਿਕਨਸ, ਡਬਲਿਊ ਐਮ ਥੈਕਰੇ, ਜਾਰਜ ਇਲੀਅਟ, then Thomas Hardy, then the Bronte sisters are the main novelist of the age. ਇਹ ਮੇਨ ਜਿਹੜੇ ਹੈ ਪਰਸਨ ਕਾਊਂਟ ਕੀਤੇ ਜਾਂਦੇ ਹੈ। The plots of the novels are loose. ਜੋ ਪਲੋਟਸ ਲਿਖੇ ਗਏ ਉਹ ਕਿਸ ਤਰੀਕੇ ਨਾਲ ਸੀ? ਮਤਲਬ ਲੂਜ਼ਲੀ ਨਿਟ ਸੀ, ਲੂਜ਼ਲੀ ਇਹ ਜੋ ਫਰੇਮ ਕੀਤੇ ਹੋਏ ਸੀ। ਦ ਸਟੋਰੀ ਮੂਵਸ ਰਾਊਂਡ ਦ ਹੀਰੋ। ਹੀਰੋ ਦੇ ਆਸੇ ਪਾਸੇ ਸਟੋਰੀ ਘੁੰਮਦੀ ਸੀ। ਦੇਅਰ ਆਰ ਮੈਨੀ ਇੰਸੀਡੈਂਟਸ ਐਂਡ ਮੈਨੀ ਕਰੈਕਟਰ। ਕਈ ਘਟਨਾਵਾਂ ਅਤੇ ਕਈ ਕਰੈਕਟਰਸ ਅਤੇ ਫਾਈਨਲੀ ਹੀਰੋ ਅਤੇ ਹੀਰੋਇਨ ਆਪਸ ਦੇ ਵਿੱਚ ਜੋ ਉਹਨਾਂ ਦੀ ਮੈਰਿਜ ਹੋ ਜਾਂਦੀ ਸੀ। ਸੋ ਦ ਸਟੋਰੀ ਇਜ਼ ਮਿਕਸਚਰ ਆਫ ਸੈਂਟੀਮੈਂਟਸ। ਅਤੇ ਇਸ ਕਰਕੇ ਇਹ ਸਟੋਰੀ ਕੀ ਸੀ? ਸੈਂਟੀਮੈਂਟਸ ਦਾ ਮਿਕਸਚਰ ਸੀ। ਮੈਲੋਡਰਾਮਾ ਐਂਡ ਵੀਕ ਕਰੈਕਟਰਸ। ਦ ਵਿਕਟੋਰੀਅਨਸ ਹੈਵ ਨੋ ਸੈਂਸ ਆਫ ਪਲੋਟ ਔਰ ਸਟਰਕਚਰ। ਵਿਕਟੋਰੀਅਨ ਦੇ ਅੰਦਰ ਕੋਈ ਵੀ ਸੈਂਸ ਆਫ ਪਲੋਟ ਅਤੇ ਸਟਰਕਚਰ ਨਹੀਂ ਸੀ। ਦੇ ਆਰ ਐਕਸਪਰਟ
ਸਟੋਰੀ ਟੈਲਰ, ਪਰ ਉਹ ਸਟੋਰੀ ਨੂੰ ਚੰਗੀ ਤਰ੍ਹਾਂ ਦੱਸਣਾ ਜਾਣਦੇ ਸੀ। ਦੇਰ ਇਜ਼ ਇਨਫ ਸਸਪੈਂਸ ਇਨ ਸਟੋਰੀਜ਼, ਅਤੇ ਸਟੋਰੀਜ਼ ਦੇ ਵਿੱਚ ਬਹੁਤ ਜ਼ਿਆਦਾ ਸਸਪੈਂਸ ਵੀ ਹੁੰਦਾ ਸੀ। ਸੋ ਨੈਕਸਟ ਫੀਚਰਸ ਇਹ ਅਸੀਂ ਕੀਤਾ ਕਿ ਇਹਦੇ ਵਿੱਚ ਮੇਨ ਜੋ ਰਾਈਟਿੰਗਸ ਕਿਸ ਤਰੀਕੇ ਨਾਲ ਹੋਏ, ਪਲੋਟ ਕਿਸ ਤਰੀਕੇ ਦਾ ਹੁੰਦਾ ਸੀ, ਸਟੋਰੀ ਕਿਸ ਤਰੀਕੇ ਨਾਲ ਹੁੰਦੀ ਸੀ, ਕਿਵੇਂ ਕਰੈਕਟਰਸ ਪ੍ਰੈਜ਼ੈਂਟ ਕਰਦੇ ਸੀ। ਉਸ ਤੋਂ ਬਾਅਦ ਵਿਕਟੋਰੀਅਨ ਨੋਵਲਸ ਡਜ਼ ਨਾਟ ਪ੍ਰੋਵਾਈਡ ਫੋਟੋਗ੍ਰਾਫ ਆਫ ਦ ਸੁਸਾਇਟੀ, ਇਹ ਸੁਸਾਇਟੀ ਦੀ ਪਿਕਚਰ ਨੂੰ ਪ੍ਰੈਜ਼ੈਂਟ ਨਹੀਂ ਕਰਦੇ ਸੀ। ਦ ਪਿਕਚਰਸ ਆਰ ਫੁੱਲ ਆਫ ਇਮੇਜੀਨੇਸ਼ਨ, ਮੀਨਸ ਜੋ ਰੋਮੈਂਟਿਕ ਪੀਰੀਅਡ ਦੇ ਫੀਚਰਸ ਸੀਗੇ ਇਹ ਉਹਦੇ ਅਕੋਰਡਿੰਗ ਵੀ ਵਰਕ ਕਰਦੇ ਸੀ। ਦ ਪਿਕਚਰਸ ਆਰ ਫੁੱਲ ਆਫ ਇਮੇਜੀਨੇਸ਼ਨ, ਹਿਊਮਰ ਸੀਨਸ, ਹਾਸੇ ਵਾਲੇ ਸੀਨਸ ਵੀ ਇਹਦੇ ਵਿੱਚ ਹੁੰਦੇ ਸੀ। seems to be present in all the novelists, ਹਰ ਨਾਵਲ ਜੋ ਨਾਵਲਿਸਟ ਲਿਖਦਾ ਸੀ ਉਹਦੇ ਵਿੱਚ ਹਿਊਮਰ, ਇਮੇਜੀਨੇਸ਼ਨ ਇਨਵੋਲਵਡ ਹੁੰਦਾ ਸੀ। ਵਿਕਟੋਰੀਅਨ ਨਾਵਲਸ ਆਰ ਫੁੱਲ ਆਫ ਜੋਕਸ ਐਂਡ ਵਿਟੀ ਰਿਮਾਰਕਸ, ਕਰੈਕਟਰਸ ਲੁੱਕ ਲਾਈਕ ਰੀਅਲ ਐਂਡ ਲਾਈਫ ਲਾਈਕ, ਤਾਂ ਕਰੈਕਟਰਸ ਇਹ ਲੱਗਦੇ ਸੀ ਬਿਲਕੁਲ ਰੀਅਲ ਲਾਈਫ ਦੇ ਵਿੱਚੋਂ ਲਿੱਤੇ ਗਏ ਹੈ। ਨੋਵਲਸ ਐਕਸਪੋਜ਼ਿਸ ਦਾ ਹੋਲੋਨੈਸ ਆਫ ਦਾ ਏਜ, ਜੋ ਇਹ ਨੋਵਲ ਹੈ ਉਸ ਏਜ ਦੀ ਹੋਲੋਨੈਸ ਨੂੰ, ਹੋਲੋਨੈਸ ਮਤਲਬ ਕੋਈ ਫੀਲਿੰਗਸ ਨਹੀਂ, ਕੋਈ ਇਮੋਸ਼ਨਸ ਨਹੀਂ ਸੀਗੀਆਂ, ਜੋ ਬਹੁਤ ਐਕਸਪਲੋਇਟੇਸ਼ਨ ਸੀ, ਕਰਪਸ਼ਨ ਸੀ, ਉਹ ਸ਼ੋਅ ਕੀਤੀ ਗਈ ਹੈ। ਖੋਖਲਾਪਨ ਉਸ ਏਜ ਦਾ ਉਹਨਾਂ ਨੋਵਲਸ ਤੋਂ ਦੇਖਣ ਨੂੰ ਮਿਲਦਾ ਹੈ। ਦ ਵਿਕਟੋਰੀਅਨ ਐਟਮੋਸਫੇਅਰ ਵਾਜ਼ ਕਾਮ, ਜੋ ਵਿਕਟੋਰੀਅਨ ਐਟਮੋਸਫੇਅਰ ਸੀ ਬਹੁਤ ਕਾਮ ਵੀ ਮੰਨਿਆ ਜਾਂਦਾ ਹੈ, ਕੁਆਇਟ ਅਤੇ ਸਟੇਬਲ ਮੰਨਿਆ ਜਾਂਦਾ ਹੈ। ਮਚ ਵਰਕ ਵਾਜ਼ ਡਨ ਇਨ ਪੋਇਟਰੀ, ਬਹੁਤ ਜ਼ਿਆਦਾ ਕੰਮ ਕੀਤਾ ਗਿਆ ਪੋਇਟਰੀ ਦੇ ਵਿੱਚ। ਟੈਨੀਸਨ, ਬਰਾਉਨਿੰਗ, ਆਰਨੋਲਡ ਐਂਡ ਹੋਪਿੰਸ ਆਰ ਗ੍ਰੇਟ ਵਿਕਟੋਰੀਅਨ ਪੋਇਟਸ। there is not much change in the temperament during the Victorian age, ਜ਼ਿਆਦਾ ਜੋ ਹੈ ਟੈਂਪਰਾਮੈਂਟ ਦੇ ਵਿੱਚ ਉਹ ਲਿਖਣ ਦੇ ਤਰੀਕੇ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਲਿਆਂਦਾ ਗਿਆ। there is no break with romantic thinking, ਜਿਸ ਤਰ੍ਹਾਂ ਕਿ ਰੋਮੈਂਟਿਕ ਪੀਰੀਅਡ ਦੇ ਵਿੱਚ ਬਿਲਕੁਲ ਹੀ ਸੈੱਟ ਰੂਲਸ ਤੋਂ ਬ੍ਰੇਕ ਸੀ ਨਿਊ ਕਲਾਸੀਕਲ ਟਾਈਮ ਤੋਂ, ਪਰ ਇਸ ਟਾਈਮ 'ਤੇ ਰੋਮੈਂਟਿਕ ਏਜ ਦੇ ਜੋ ਕੁਛ ਫੀਚਰਸ ਹੈ ਉਹ ਅਡੋਪਟ ਕੀਤੇ ਗਏ। ਦ ਵਿਕਟੋਰੀਅਨ ਪੋਇਟਰੀ ਇਜ਼ ਹਾਈਲੀ ਐਥੀਕਲ, ਬਹੁਤ ਐਥੀਕਲ ਹੈ, ਮੋਰਲ ਹੈ। ਦ ਪੋਇਟਰੀ ਡੀਲਸ ਵਿਦ ਦ ਸੀਰੀਅਸ ਇਸ਼ੂਜ਼ ਆਫ ਲਾਈਫ ਐਂਡ ਕੰਡਕਟ, ਜ਼ਿੰਦਗੀ ਦੇ ਸੀਰੀਅਸ ਇਸ਼ੂਜ਼ ਬਾਰੇ ਗੱਲ ਕਰਦੀ ਹੈ। ਦੇਅਰ ਆਰ ਵਿਊਜ਼ ਅਬਾਊਟ ਦ ਏਮਸ ਆਫ ਆਰਟ, ਆਰਟ ਦਾ ਕੀ ਏਮ ਹੈ, ਕੀ ਮੰਤਵ ਹੈ, ਕਿਉਂ ਕੀਤਾ ਜਾਂਦਾ ਹੈ। ਆਰਟ ਇਜ਼ ਨੋਟ ਜਸਟ ਫॉर ਆਰਟਸ ਸੇਕ, ਆਰਟ ਇਜ਼ ਫॉर द ਸੇਕ ਆਫ ਲਾਈਫ, ਜੋ ਸਾਨੂੰ ਕੁਝ ਸਿਖਾ ਕੇ ਜਾਵੇ। ਦ ਪੋਇਟਰੀ ਆਫ ਦ ਵਿਕਟੋਰੀਅਨ ਏਜ ਇਜ਼ ਸਿਗਨੀਫਿਕੈਂਟ ਫॉर ਦ ਸੈਂਸ ਆਫ ਇੰਡੀਵਿਜੂਅਲਿਜ਼ਮ, ਵਿਅਕਤਿਤਵ ਮਤਲਬ ਕਿਸੇ ਵੀ ਪਰਸਨ ਨੂੰ, ਇੰਡੀਵਿਜੂਅਲ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਸੀ। ਦ ਵਿਕਟੋਰੀਅਨ ਪੋਇਟਸ ਹੈਵ ਦੇਅਰ ਯੂਨੀਕ ਵੋਇਸ, ਇੱਕ ਵੱਖਰੇ ਜਿਹੇ ਤਰੀਕੇ ਨਾਲ ਹੀ ਲਿਖਦੇ ਸੀ। ਟੈਨੀਸਨ ਇਜ਼ ਹਾਈਲੀ ਮਿਊਜ਼ੀਕਲ, ਟੈਨੀਸਨ ਬਹੁਤ ਮਿਊਜ਼ੀਕਲ ਸੀ। ਬਰਾਉਨਿੰਗ ਰਫ ਸੀ ਅਤੇ ਪੈਸੀਮਿਸਟ ਸੀ ਕਈ ਜਗ੍ਹਾ 'ਤੇ। ਪੋਇਟਸ ਲਾਈਕ ਆਰਨੋਲਡ ਐਂਡ ਕਲੋ ਆਰ ਫੁੱਲ ਆਫ ਮੈਸੀਮਿਜ਼ਮ। ਦੇਅਰ ਵਾਜ਼ ਅ ਰੈਪਿਡ ਪ੍ਰੋਗਰੈਸ ਇਨ ਦ ਫੀਲਡ ਆਫ ਸਾਇੰਸ ਡਿਊਰਿੰਗ ਦਿਸ ਏਜ, ਬਹੁਤ ਜ਼ਿਆਦਾ ਸਾਇੰਸ ਨੇ ਤਰੱਕੀ ਕੀਤੀ ਇਸ ਏਜ ਦੇ ਵਿੱਚ। ਸਾਇੰਸ ਹੈਜ਼ ਪਾਵਰਫੁਲ ਇੰਪੈਕਟ ਔਨ ਦ ਪੋਇਟਰੀ ਆਫ ਵਿਕਟੋਰੀਅਨ ਪੀਰੀਅਡ, ਸਾਇੰਸ ਦਾ ਵਿਕਟੋਰੀਅਨ ਪੀਰੀਅਡ ਦੀ ਪੋਇਟਰੀ ਦੇ ਉੱਪਰ, ਨੋਵਲਸ ਦੇ ਉੱਪਰ, ਐਸੇਜ਼ ਦੇ ਉੱਪਰ ਜੋ ਬਹੁਤ ਜ਼ਿਆਦਾ ਪ੍ਰਭਾਵ ਪਿਆ। ਦ ਐਸੇ ਅੰਡਰਗੋਨ ਆ ਰੈਡੀਕਲ ਚੇਂਜ, ਰਸਕਿਨ, ਥੋਮਸ ਕਾਰਲਾਈਲ, ਮੈਕੌਲੇ wrote new type of essays. Victorian essays were practical and materialistic, reflecting the daily life of the time. Essays were based on moral and political purpose, ਕਿਸੇ purpose ਨਾਲ ਲਿਖੇ ਜਾਂਦੇ ਸੀ। Essays were based on social issues, ਜੋ ਸਮਾਜ ਦੇ ਵਿੱਚ ਇਸ਼ੂਜ਼ ਚੱਲ ਰਹੇ, ਪ੍ਰੋਬਲਮਸ ਚੱਲ ਰਹੀਆਂ, ਜਿਵੇਂ ਕਿ ਡੀਹਿਊਮਨਾਈਜ਼ਿੰਗ। ਰੋਮੈਂਟਿਕ ਪੀਰੀਅਡ ਬਹੁਤ ਹਿਊਮੈਨਿਟੀ ਨਾਲ ਭਰਿਆ ਹੋਇਆ ਸੀ, ਮਾਨਵਤਾ ਨਾਲ ਭਰਿਆ ਸੀ, ਪਰ ਇਹ ਪੀਰੀਅਡ ਬਹੁਤ ਜ਼ਿਆਦਾ ਡੀਹਿਊਮਨਾਈਜ਼ਿੰਗ ਸੀ, ਜਿਸ ਦੇ ਵਿੱਚ ਮਨੁੱਖ ਹੀ ਮਨੁੱਖ 'ਤੇ ਬਹੁਤ ਜ਼ਿਆਦਾ ਪ੍ਰੋਬਲਮ ਕਰ ਰਿਹਾ ਸੀ। ਇਫੈਕਟ ਆਫ ਦ ਇੰਡਸਟਰੀਅਲ ਰੈਵੋਲਿਊਸ਼ਨ, ਜੋ ਇੰਡਸਟਰੀਅਲ ਰੈਵੋਲਿਊਸ਼ਨ ਦਾ ਪ੍ਰਭਾਵ ਸਮਾਜ ਦੇ ਵਿੱਚ ਆਇਆ ਤਾਂ ਉਹ ਵੀ ਇਹਦੇ ਵਿੱਚ ਸ਼ੋਅ ਕੀਤਾ ਗਿਆ। ਦੈਨ ਚਾਈਲਡ ਲੇਬਰ ਐਂਡ ਵਿਮਨਸ ਰਾਈਟਸ, ਇਹ ਸਭ ਕੁਝ ਦਿਖਾਇਆ ਗਿਆ। ਵਿਕਟੋਰੀਅਨ ਪੀਰੀਅਡ ਇਸ ਗੱਲ ਕਰਕੇ ਮੰਨੀ ਜਾਂਦੀ ਹੈ ਕਿ ਇਹਨਾਂ ਨੇ ਔਰਤਾਂ ਨੂੰ, ਵਿਮਨਸ ਨੂੰ ਕੋਈ ਵੀ ਅਧਿਕਾਰ ਨਹੀਂ ਦਿੱਤੇ ਅਤੇ ਬਹੁਤ ਜ਼ਿਆਦਾ ਲੋ ਪੋਜੀਸ਼ਨ ਸੀ ਵਿਕਟੋਰੀਅਨ ਟਾਈਮ 'ਤੇ ਵਿਮਨਸ ਦੀ ਆਪਣੇ ਸਮਾਜ ਵਿੱਚ। 10 ਕੰਕਲੂਜਨ ਹੈ ਬੱਚੇ ਇਹ। Victorian period is a remarkable period in English literature. It is an age of prose and novel. ਇਹ ਕਿਸ ਤਰ੍ਹਾਂ ਦੀ ਏਜ ਹੈ? ਪ੍ਰੋਜ਼ ਦੀ, ਨੋਵਲ ਦੀ,
ਸੋਸ਼ਲ ਜ਼ੀਲ ਇਜ਼ ਦਾ ਆਰਡਰ ਆਫ ਦ ਡੇ। ਸਮਾਜ ਦੇ ਵਿੱਚ ਬਹੁਤ ਉਤਸ਼ਾਹ ਸੀ, ਸਮਾਜ ਅੱਗੇ ਬਹੁਤ ਵਧਿਆ, ਇੰਡਸਟਰੀ ਵਧੀ, ਸਾਇੰਸ ਵਧੀ, ਟੈਕਨੋਲੋਜੀ ਵਧੀ, ਪੈਸਾ ਆਇਆ, ਬਟ ਉਸ ਦੇ ਨਾਲ ਹੋਰ ਸਾਰੀਆਂ ਪ੍ਰੋਬਲਮਸ, ਐਕਸਪਲੋਇਟੇਸ਼ਨ, ਕਰਪਸ਼ਨ, ਚਾਈਲਡ ਲੇਬਰ, ਵਿਮਨਸ ਦੀ ਜੋ ਲੋ ਪੋਜੀਸ਼ਨ, ਸਮਾਜ ਦੇ ਵਿੱਚ ਸਲਮਸ ਏਰੀਆ ਬਹੁਤ ਜ਼ਿਆਦਾ ਵਧੇ। ਰੋਮੈਂਟਿਸਿਜ਼ਮ ਇਜ਼ ਨਾਟ ਡੈਡ। ਇਸ ਸਮੇਂ 'ਤੇ ਰੋਮੈਂਟਿਸਿਜ਼ਮ ਨੂੰ ਖ਼ਤਮ ਨਹੀਂ ਕੀਤਾ ਗਿਆ। ਸਾਇੰਸ ਐਂਡ ਟੈਕਨੀਕ ਅਪਸੈਟ ਦ ਐਪਲ ਕਾਰਟ ਆਫ ਰਿਲੀਜਨ। ਧਰਮ ਨੂੰ ਬਹੁਤ ਅਫੈਕਟ ਹੋਇਆ ਕਿਉਂਕਿ ਸਾਇੰਸ ਆ ਗਈ, ਟੈਕਨੀਕਸ ਆ ਗਿਆ, ਤਾਂ ਜੋ ਰਿਲੀਜਨ ਨੂੰ ਇੰਪੋਰਟੈਂਸ ਮਿਲ ਰਹੀ ਸੀ ਉਹ ਘਟ ਗਈ। ਪੈਸੀਮਿਜ਼ਮ ਆਲਸੋ ਰੇਜ਼ਡ ਇਟਸ ਹੈਡ। ਨਿਰਾਸ਼ਾਵਾਦ ਵੀ ਬਹੁਤ ਵਧਿਆ। ਓਵਰਆਲ ਦਿਸ ਪੀਰੀਅਡ ਇਜ਼ ਅ ਪੀਰੀਅਡ ਆਫ ਗਰੋਥ ਐਂਡ ਰੈਪਿਡ ਡਿਵੈਲਪਮੈਂਟ। ਪਰ ਅਸੀਂ ਕਹਾਂਗੇ ਚਾਹੇ ਇੰਗਲਿਸ਼ ਲਿਟਰੇਚਰ ਦੇ ਵਿੱਚ ਹੈ, ਚਾਹੇ ਲਿਟਰੇਚਰ ਦਾ ਹੈ, ਚਾਹੇ ਇੰਡਸਟਰੀ ਦਾ ਹੈ, ਚਾਹੇ ਸਾਇੰਸ ਦਾ ਹੈ, ਚਾਹੇ ਐਜੂਕੇਸ਼ਨ ਦਾ ਹੈ, ਇਹ ਪੀਰੀਅਡ ਇੱਕ ਡਿਵੈਲਪਮੈਂਟ ਦਾ ਪੀਰੀਅਡ ਰਿਹਾ। ਉਮੀਦ ਕਰਦੀ ਹਾਂ ਸਮਝ ਆਇਆ ਬੇਟਾ। ਵਿਕਟੋਰੀਅਨ ਏਜ ਬਹੁਤ ਈਜ਼ੀ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਦੇ ਅਕੋਰਡਿੰਗ ਤੁਸੀਂ ਇਹਨੂੰ ਧਿਆਨ ਨਾਲ ਕਰ ਲੈਣਾ। ਇਸ ਤਰੀਕੇ ਨਾਲ ਆਪਣੇ ਮੇਨ ਵਰਡਸ ਨੂੰ ਅੰਡਰਲਾਈਨ ਕਰਨਾ ਹੈ, ਹਾਈਲਾਈਟ ਨਹੀਂ ਕਰਨਾ, ਅੰਡਰਲਾਈਨ ਕਰਨਾ ਅਤੇ ਪ੍ਰੈਜ਼ੈਂਟ ਕਰਕੇ ਆਉਣੇ ਆਪਣੇ ਆਈਡੀਆਜ਼ ਨੂੰ। ਪਲੀਜ਼ ਸਬਸਕ੍ਰਾਈਬ ਦਾ ਚੈਨਲ ਜੇ ਤੁਸੀਂ ਅਜੇ ਸਬਸਕ੍ਰਾਈਬ ਨਹੀਂ ਕੀਤਾ। ਅਤੇ ਇੰਗਲਿਸ਼ ਕੰਪਲਸਰੀ ਦੀਆਂ ਸਾਰੀਆਂ ਹੀ ਵੀਡੀਓਜ਼ ਅਵੇਲੇਬਲ ਹੈ, ਤੁਸੀਂ ਦੇਖ ਸਕਦੇ ਹੋ। ਪੂਰਾ ਹੀ ਸਿਲੇਬਸ, ਚਾਹੇ ਉਹ ਲੈਟਰ ਰਾਈਟਿੰਗ ਹੈ, ਚਾਹੇ ਈਮੇਲ ਰਾਈਟਿੰਗ ਹੈ, ਚਾਹੇ ਉਹ ਸ਼ੋਰਟ ਨੋਟਸ ਹਨ, ਅਤੇ ਚਾਹੇ ਉਹ ਤੁਸੀਂ ਪਰਸਨਲ ਲੈਟਰ ਪ੍ਰੀਵੀਅਸ ਈਅਰ ਦੇ ਪੇਪਰ ਹਨ, ਬੜੇ ਆਰਾਮ ਨਾਲ ਤੁਸੀਂ ਇਹਦੇ ਵਿੱਚੋਂ ਸੁਣ ਸਕਦੇ ਹੋ ਅਤੇ ਪੂਰੀ ਤਿਆਰੀ ਸਾਰੇ ਕੁਐਸਚਨਸ ਦੀ ਇੱਥੋਂ ਕਰ ਸਕਦੇ ਹੋ। ਥੈਂਕ ਯੂ। ਗੋਡ ਬਲੈਸ ਯੂ।